ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਆਨ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਅਮਰੀਕਾ ਨਾਲੋਂ ਵਿਦੇਸ਼ੀ ਕਾਮਿਆਂ ਨੂੰ ਤਰਜੀਹ ਦੇਣ ਵਾਲੇ ਮਾਲਕਾਂ ਨੂੰ ਚੇਤਾਵਨੀ। ਇਸ ਦੇਸ਼ 'ਚ ਮੁਫਤ ਦਿੰਦੇ ਹਨ ਨਾਗਰਿਕਤਾ, ਮਿਲਦੇ ਨੇ ਲੱਖਾਂ ਰੁਪਏ। ਕੈਨੇਡਾ ਦੇ ਵਿੱਚ ਲੱਖਾਂ ਕਾਮਿਆਂ ਦੀਆਂ ਤਨਖਾਹਾਂ ਵਧਾਈਆਂ। ਕਈ 100 ਫੁੱਟ ਉੱਚੇ ਉੱਡ ਰਹੇ ਜਹਾਜ਼ ਨੂੰ ਲੱਗੀ ਅੱਗ, ਮਸਾ ਬਚੀ ਯਾਤਰੀਆਂ ਦੀ ਜਾਨ। ਡੋਨਾਲਡ ਟਰੰਪ ਦੀ ਸੁਰੱਖਿਆ 'ਚ ਵੱਡੀ ਲਾਪਰਵਾਹੀ, ਰਿਜ਼ੋਰਟ ਦੇ ਉੱਪਰੋਂ ਲੰਘੇ 3 ਜਹਾਜ਼। ਐਲੋਨ ਮਸਕ ਨੇ ਆਪਣੇ 14ਵੇਂ ਬੱਚੇ ਦਾ ਕੀਤਾ ਸਵਾਗਤ, ਨਾਮ ਦਾ ਕੀਤਾ ਖੁਲਾਸਾ। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਮਗਰੋਂ ਅਮਰੀਕਾ ਗੈਰ ਕਾਨੂੰਨੀ ਇਮੀਗ੍ਰੇਸ਼ਨ ਵਿਰੁੱਧ ਸਖਤ ਕਾਰਵਾਈ ਕਰ ਰਿਹਾ ਹੈ। ਇਸ ਦੌਰਾਨ ਅਮਰੀਕਾ ਨੇ ਹਾਲ ਹੀ ਦੇ ਵਿੱਚ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਮੀਗ੍ਰੇਸ਼ਨ ਸੰਕਟ ਵਿੱਚ ਯੋਗਦਾਨ ਪਾਉਣਾ ਜਾਂ ਅਮਰੀਕੀ ਕਾਮਿਆਂ ਵਿਰੁੱਧ ਗੈਰ ਕਾਨੂੰਨੀ ਤਰਜੀਹਾਂ ਰਾਹੀਂ ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਦੁਰਵਰਤੋਂ ਕਰਨਾ ਬੰਦ ਕਰਨ। ਅਮਰੀਕੀ ਸਮਾਨ ਰੋਜ਼ਗਾਰ ਅਫਸਰ ਕਮਿਸ਼ਨ ਨੇ ਕਿਹਾ ਹੈ ਕਿ ਉਹ ਉਹਨਾਂ ਮਾਲਕਾਂ ਵਿਰੁੱਧ ਵਿਤਕਰਾ ਵਿਰੋਧੀ ਕਾਨੂੰਨ ਲਾਗੂ ਕਰੇਗਾ ਜੋ ਗੈਰ ਕਾਨੂੰਨੀ ਤੌਰ ਤੇ ਗੈਰ ਅਮਰੀਕੀ ਕਾਮਿਆਂ ਨੂੰ ਤਰਜੀਹ ਦਿੰਦੇ ਹਨ। EEOC ਦੀ ਕਾਰਜਕਾਰੀ ਚੇਅਰਵੁਮੈਨ ਨੇ ਹਾਲ ਹੀ ਦੇ ਵਿੱਚ ਕਿਹਾ ਸੀ ਕਿ ਕਮਿਸ਼ਨ ਮਾਲਕਾਂ ਅਤੇ ਹੋਰ ਕਵਰ ਕੀਤੀਆਂ ਸੰਸਥਾਵਾਂ ਨੂੰ ਨੋਟਿਸ ਦੇ ਰਿਹਾ ਹੈ। ਐਂਡਰੀਆ ਲੁਕਾਸ ਨੇ ਮਾਲਕਾਂ ਨੂੰ ਕਿਹਾ ਕਿ ਜੇਕਰ ਤੁਸੀਂ ਸਾਡੇ ਇਮੀਗ੍ਰੇਸ਼ਨ ਸੰਕਟ ਵਿੱਚ ਯੋਗਦਾਨ ਪਾਉਣ ਵਾਲੀ ਲੜੀ ਦਾ ਹਿੱਸਾ ਹੋ ਜਾਂ ਅਮਰੀਕੀ ਕਾਮਿਆਂ ਵਿਰੁੱਧ ਗੈਰ ਕਾਨੂੰਨੀ ਤਰਜੀਹਾਂ ਰਾਹੀਂ ਸਾਡੇ ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਦੁਰਵਰਤੋਂ ਕਰ ਰਹੇ ਹੋ ਤਾਂ ਤੁਹਾਨੂੰ ਅਜਿਹਾ ਕਰਨਾ ਬੰਦ ਕਰਨਾ ਚਾਹੀਦਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਬਹੁਤ ਸਾਰੇ ਮਾਲਕਾਂ ਦੀਆਂ ਨੀਤੀਆਂ ਅਮਰੀਕੀ ਕਾਮਿਆਂ ਨਾਲੋਂ ਗੈਰ ਕਾਨੂੰਨੀ ਪ੍ਰਵਾਸੀ ਕਾਮਿਆਂ ਅਤੇ ਵੀਜ਼ਾ ਧਾਰਕਾਂ ਜਾਂ ਹੋਰ ਕਾਨੂੰਨੀ ਪ੍ਰਵਾਸੀਆਂ ਨੂੰ ਤਰਜੀਹ ਦਿੰਦੀਆਂ ਹਨ, ਜੋ ਕਿ ਰਾਸ਼ਟਰੀ ਮੂਲ ਵਿਤਕਰੇ ਤੇ ਪਾਬੰਦੀ ਲਗਾਉਣ ਵਾਲੇ ਸੰਘੀ ਰੋਜ਼ਗਾਰ ਕਾਨੂੰਨ ਦੀ ਸਿੱਧਾ ਉਲੰਘਣਾ ਹੈ। ਇਸ ਤੋਂ ਇਲਾਵਾ ਵਿਦੇਸ਼ੀ ਕਾਮਿਆਂ ਲਈ ਅਮਰੀਕਾ ਵਿੱਚ ਨੌਕਰੀਆਂ ਪ੍ਰਾਪਤ ਕਰਨ ਦਾ ਇੱਕ ਕਾਨੂੰਨੀ ਤਰੀਕਾ H1 ਵੀਜ਼ਾ ਹੈ। ਇਸ ਮੁੱਦੇ ਦੀ ਜੜ ਇਹ ਹੈ ਕਿ ਬਹੁਤ ਸਾਰੇ ਅਮਰੀਕੀਆਂ ਦਾ ਮੰਨਣਾ ਹੈ ਕਿ H1B ਵੀਜ਼ਾ ਰਾਹੀਂ ਵਿਦੇਸ਼ੀ ਉਹਨਾਂ ਦੀਆਂ ਨੌਕਰੀਆਂ ਖੋ ਰਹੇ ਹਨ। ਅਮਰੀਕੀ ਇਮੀਗ੍ਰੇਸ਼ਨ ਕੌਂਸਲ ਅਨੁਸਾਰ ਖੋਜ ਦਰਸਾਉਂਦੀ ਹੈ ਕਿ H1B ਕਰਮਚਾਰੀ ਅਮਰੀਕੀ ਕਰਮਚਾਰੀਆਂ ਦੇ ਪੂਰਕ ਹਨ। ਬਹੁਤ ਸਾਰੇ STEM ਕਿੱਤਿਆਂ ਵਿੱਚ ਰੋਜ਼ਗਾਰ ਦੇ ਪਾੜੇ ਨੂੰ ਭਰਦੇ ਹਨ ਅਤੇ ਸਾਰਿਆਂ ਲਈ ਨੌਕਰੀ ਦੇ ਮੌਕੇ ਵਧਾਉਂਦੇ ਹਨ। ਰਿਪੋਰਟ ਅਨੁਸਾਰ ਅਮਰੀਕੀ ਇਮੀਗ੍ਰੇਸ਼ਨ ਕੌਂਸਲ ਦੇ ਕੋਲ ਉਪਲਬਧ ਆંકੜੇ ਇਹ ਵੀ ਦਰਸਾਉਂਦੇ ਹਨ ਕਿ H1B ਕਾਮੇ ਘੱਟ ਤਨਖਾਹ ਨਹੀਂ ਕਮਾਉਂਦੇ ਜਾਂ ਦੂਜੇ ਕਾਮਿਆਂ ਦੀ ਤਨਖਾਹ ਨੂੰ ਘੱਟ ਨਹੀਂ ਕਰਦੇ। 2021 ਵਿੱਚ ਇੱਕ H1B ਕਰਮਚਾਰੀ ਦੀ ਔਸਤ ਤਨਖਾਹ $10,08,000 ਸੀ, ਜਦਕਿ ਆਮ ਤੌਰ ਤੇ ਅਮਰੀਕੀ ਕਰਮਚਾਰੀਆਂ ਲਈ $45,760 ਸੀ। ਇਸ ਤੋਂ ਇਲਾਵਾ 2003 ਅਤੇ 2021 ਦੇ ਵਿਚਕਾਰ H1B ਕਰਮਚਾਰੀਆਂ ਦੀ ਔਸਤ ਤਨਖਾਹ ਵਿੱਚ 52% ਦਾ ਵਾਧਾ ਹੋਇਆ ਹੈ। ਇਸੇ ਸਮੇਂ ਦੌਰਾਨ ਸਾਰੇ ਅਮਰੀਕੀ ਕਾਮਿਆਂ ਦੀ ਔਸਤ ਤਨਖਾਹ 39% ਵਧੀ। ਇੱਥੇ ਦੱਸ ਦਈਏ ਕਿ H1B ਵੀਜ਼ਾ ਇੱਕ ਅਸਥਾਈ ਗੈਰ ਪ੍ਰਵਾਸੀ ਵੀਜ਼ਾ ਹੈ ਜੋ ਕੰਪਨੀਆਂ ਨੂੰ ਵਿਸ਼ੇਸ਼ ਕਿੱਤਿਆਂ ਵਿੱਚ ਉੱਚ ਸਿੱਖਿਆ ਪ੍ਰਾਪਤ ਵਿਦੇਸ਼ੀ ਪੇਸ਼ੇਵਰਾਂ ਨੂੰ ਨਿਯੁਕਤ ਕਰਨ ਦੀ ਆਗਿਆ ਦਿੰਦਾ ਹੈ। ਇਸ ਲਈ ਬਿਨੇਕਾਰਾਂ ਕੋਲ ਘੱਟੋ-ਘੱਟ ਬੈਚਲਰ ਡਿਗਰੀ ਜਾਂ ਇਸ ਦੇ ਬਰਾਬਰ ਦੀ ਡਿਗਰੀ ਹੋਣੀ ਜ਼ਰੂਰੀ ਹੈ। ਇਸ ਵੀਜ਼ੇ ਰਾਹੀਂ ਲੋਕ ਅਕਸਰ ਗਣਿਤ, ਇੰਜੀਨੀਅਰਿੰਗ, ਟੈਕਨੋਲੋਜੀ ਅਤੇ ਮੈਡੀਕਲ ਵਿਗਿਆਨ ਦੇ ਖੇਤਰਾਂ ਵਿੱਚ ਨੌਕਰੀਆਂ ਪ੍ਰਾਪਤ ਕਰਦੇ ਹਨ। H1B ਵੀਜ਼ਾ ਆਮ ਤੌਰ ਤੇ 3 ਸਾਲਾਂ ਲਈ ਵੈਧ ਹੁੰਦੇ ਹਨ, ਹਾਲਾਂਕਿ ਇਹਨਾਂ ਨੂੰ ਕੁੱਲ 6 ਸਾਲਾਂ ਤੱਕ ਵਧਾਇਆ ਜਾ ਸਕਦਾ ਹੈ। ਦੁਨੀਆ ਭਰ ਦੇ ਸਾਰੇ ਦੇਸ਼ਾਂ ਦੇ ਨਾਗਰਿਕਤਾ ਪ੍ਰਾਪਤ ਕਰਨ ਲਈ ਆਪਣੇ ਨਿਯਮ ਹਨ। ਅਮਰੀਕਾ, ਬ੍ਰਿਟੇਨ ਵਰਗੇ ਕਈ ਦੇਸ਼ਾਂ 'ਚ ਬਹੁਤ ਸਖਤ ਨਿਯਮ ਹਨ ਅਤੇ ਨਾਗਰਿਕਤਾ ਪ੍ਰਾਪਤ ਕਰਨ ਲਈ ਪੈਸਾ ਖਰਚ ਕਰਨਾ ਪੈਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਭਰ 'ਚ ਬਹੁਤ ਸਾਰੇ ਦੇਸ਼ ਹਨ ਜੋ ਮੁਫਤ 'ਚ ਨਾਗਰਿਕਤਾ ਪ੍ਰਦਾਨ ਕਰਦੇ ਹਨ ਅਤੇ ਇਸ ਦੇ ਨਾਲ ਪੈਸੇ ਵੀ ਦਿੰਦੇ ਹਨ। ਤੁਹਾਨੂੰ ਇੱਕ ਅਜਿਹੇ ਦੇਸ਼ ਬਾਰੇ ਹੁਣ ਦੱਸ ਰਹੀ ਹਾਂ। ਅਮਰੀਕਾ 'ਚ ਨਾਗਰਿਕਤਾ ਪ੍ਰਾਪਤ ਕਰਨਾ ਦੁਨੀਆ ਦਾ ਸਭ ਤੋਂ ਔਖਾ ਕੰਮ ਮੰਨਿਆ ਜਾਂਦਾ ਹੈ, ਪਰ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮੀਰਾਂ ਲਈ ਅਮਰੀਕਾ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਦਰਅਸਲ ਟਰੰਪ ਨੇ ਟਰੰਪ ਗੋਲਡ ਕਾਰਡ ਜਾਰੀ ਕੀਤਾ ਹੈ, ਜਿਸ ਰਾਹੀਂ ਕੋਈ ਵੀ ਨਾਗਰਿਕ $50 ਲੱਖ ਯਾਨੀ ਕਿ 43 ਕਰੋੜ ਰੁਪਏ ਦਾ ਭੁਗਤਾਨ ਕਰਕੇ ਅਮਰੀਕੀ ਨਾਗਰਿਕਤਾ ਪ੍ਰਾਪਤ ਕਰ ਸਕਦਾ ਹੈ। ਹਾਲਾਂਕਿ ਇਹ ਅਮਰੀਕਾ 'ਚ ਪਹਿਲੀ ਵਾਰ ਨਹੀਂ ਹੋ ਰਿਹਾ।
ਪਹਿਲਾਂ ਵੀ ਅਮਰੀਕਾ 'ਚ ਪੈਸੇ ਦੇ ਕੇ ਨਾਗਰਿਕਤਾ ਖਰੀਦਣ ਦਾ ਇੱਕ ਸਿਸਟਮ ਸੀ ਜਿਸ ਨੂੰ EB-5 ਵੀਜ਼ਾ ਕਿਹਾ ਜਾਂਦਾ ਸੀ। ਪਹਿਲਾਂ ਘੱਟੋ-ਘੱਟ 10 ਲੱਖ ਡਾਲਰ ਦੇ ਕੇ ਨਾਗਰਿਕਤਾ ਪ੍ਰਾਪਤ ਕੀਤੀ ਜਾਂਦੀ ਸੀ, ਪਰ ਹੁਣ 골ਡ ਕਾਰਡ ਦੇ ਆਉਣ ਤੋਂ ਬਾਅਦ ਸਰਕਾਰ ਇਸ ਨੂੰ ਖਤਮ ਕਰ ਸਕਦੀ ਹੈ। ਰਿਪੋਰਟਾਂ ਅਨੁਸਾਰ 골ਡ ਕਾਰਡ ਯੋਜਨਾ ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਟੁਲਸਾ, ਓਕਲਾਹੋਮਾ 'ਚ ਨਾਗਰਿਕ ਮੁਫਤ 'ਚ ਨਾਗਰਿਕਤਾ ਪ੍ਰਾਪਤ ਕਰ ਸਕਦੇ ਹਨ ਕਿਉਂਕਿ ਟੁਲਸਾ ਸ਼ਹਿਰ ਦੂਰ ਦੁਰਾਡੇ ਕਾਮਿਆਂ ਦੀ ਭਾਲ ਕਰ ਰਿਹਾ ਹੈ। ਇੰਨਾ ਹੀ ਨਹੀਂ, ਇਹ ਆਪਣੇ ਭਾਈਚਾਰੇ 'ਚ ਸ਼ਾਮਲ ਹੋਣ ਦੇ ਲਈ $10,000 ਯਾਨੀ ਕਿ 8 ਲੱਖ ਰੁਪਏ ਵੀ ਦੇ ਰਿਹਾ ਹੈ, ਪਰ ਇਸ ਦੇ ਲਈ ਕੁਝ ਸ਼ਰਤਾਂ ਹਨ ਜਿਨ੍ਹਾਂ ਅਨੁਸਾਰ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਤੁਹਾਡੇ ਕੋਲ ਓਕਲਾਹੋਮਾ ਤੋਂ ਬਾਹਰ ਇੱਕ ਪੂਰਾ ਸਮਾਂ ਨੌਕਰੀ ਜਾਂ ਕਾਰੋਬਾਰ ਹੋਣਾ ਚਾਹੀਦਾ ਹੈ। ਅਮਰੀਕਾ 'ਚ ਕੰਮ ਕਰਨ ਲਈ ਯੋਗਤਾ ਹੋਣੀ ਚਾਹੀਦੀ ਹੈ। ਸਵਿਟਜ਼ਰਲੈਂਡ ਦਾ ਅਲਬਾਨੀਆ ਸ਼ਹਿਰ ਲੋਕਾਂ ਨੂੰ ਉੱਥੇ ਵਸਣ ਲਈ ਸੱਦਾ ਦੇ ਰਿਹਾ ਹੈ। ਇੰਨਾ ਹੀ ਨਹੀਂ, ਇੱਥੇ ਵਸਣ ਵਾਲੇ ਨੌਜਵਾਨਾਂ ਨੂੰ 20,000 ਫਰੈਂਕ ਯਾਨੀ ਕਿ 20 ਲੱਖ ਰੁਪਏ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਬੱਚਿਆਂ ਨੂੰ 10,000 ਫਰੈਂਕ ਯਾਨੀ ਕਿ 8 ਲੱਖ ਰੁਪਏ ਦਿੱਤੇ ਜਾ ਰਹੇ ਹਨ, ਪਰ ਇੱਥੇ ਰਹਿਣ ਲਈ ਵੀ ਸ਼ਰਤਾਂ ਹਨ। ਸ਼ਰਤ ਅਨੁਸਾਰ ਤੁਹਾਨੂੰ ਇੱਥੇ 10 ਸਾਲ ਰਹਿਣਾ ਪਵੇਗਾ। ਕੈਨੇਡਾ ਦੇ ਵਿੱਚ ਰਹਿਣ ਸਹਿਣ ਦੇ ਖਰਚੇ ਨਾਲ ਜੂਝ ਰਹੇ ਪ੍ਰਵਾਸੀਆਂ ਨੂੰ ਰਾਹਤ ਦੇਣ ਦਾ ਯਤਨ ਕਰਦਿਆਂ ਫੈਡਰਲ ਸਰਕਾਰ ਵੱਲੋਂ ਪ੍ਰਤੀ ਘੰਟਾ ਉਜਰਤ ਵਧਾ ਕੇ $17.75 ਕਰਨ ਦਾ ਐਲਾਨ ਕੀਤਾ ਗਿਆ। ਮਿਹਨਤਾਨੇ ਵਿੱਚ ਹੋਏ ਵਾਧੇ ਨਾਲ ਪਾਰਟ ਟਾਈਮ ਕੰਮ ਕਰਨ ਵਾਲੇ ਕੌਮਾਂਤਰੀ ਵਿਦਿਆਰਥੀਆਂ ਅਤੇ ਆਰਜ਼ੀ ਤੌਰ ਤੇ ਕੈਨੇਡਾ ਦੇ ਵਿੱਚ ਮੌਜੂਦ ਕਾਮਿਆਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ, ਜਿਨ੍ਹਾਂ ਨੂੰ ਅਕਸਰ ਹੀ ਘੱਟੋ-ਘੱਟ ਉਜਰਤ ਦਰ ਤੇ ਕੰਮ ਕਰਨਾ ਪੈਂਦਾ ਹੈ। ਨਵੀਆਂ ਉਜਰਤ ਦਰਾਂ 1 ਅਪ੍ਰੈਲ ਤੋਂ ਲਾਗੂ ਹੋਣਗੀਆਂ ਅਤੇ ਫੈਡਰਲ ਸਰਕਾਰ ਵੱਲੋਂ ਇਸ ਗੱਲ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਕਿ ਜੇ ਸੂਬਾ ਸਰਕਾਰ ਵੱਲੋਂ ਤੈਅ ਘੱਟੋ-ਘੱਟ ਮਿਹਨਤਾਨਾ ਫੈਡਰਲ ਸਰਕਾਰ ਦੀ ਉਜਰਤ ਦਰ ਤੋਂ ਵੱਧ ਬਣਦਾ ਹੈ ਤਾਂ ਇੰਪਲੋਇਰਸ ਉੱਚਾ ਮਿਹਨਤਾਨਾ ਅਦਾ ਕਰਨ ਦੇ ਪਾਬੰਦ ਹੋਣਗੇ। ਕੈਨੇਡਾ ਦੇ ਰੋਜ਼ਗਾਰ ਅਤੇ ਕਿਰਤੀ ਵਿਕਾਸ ਮੰਤਰੀ ਸਟੀਵਨ ਨੇ ਕਿਹਾ ਹੈ ਕਿ ਉਜਰਤਾਂ ਵਿੱਚ 2.4% ਵਾਧੇ ਨਾਲ ਕਾਮਿਆਂ ਨੂੰ ਖਰਚਾ ਚਲਾਉਣ ਵਿੱਚ ਮਦਦ ਮਿਲੇਗੀ ਅਤੇ ਮੁਲਕ ਦਾ ਅਰਥਚਾਰਾ ਵਧੇਰੇ ਸੁਚੱਜੇ ਤਰੀਕੇ ਨਾਲ ਅੱਗੇ ਵਧਾਇਆ ਜਾ ਸਕੇਗਾ। ਕੈਨੇਡਾ ਸਰਕਾਰ ਵੱਲੋਂ 2021 ਵਿੱਚ ਫੈਡਰਲ ਪੱਧਰ ਤੇ ਘੱਟੋ-ਘੱਟ ਉਜਰਤ ਦਰ ਲਿਆਂਦੀ ਗਈ ਜੋ $15 ਪ੍ਰਤੀ ਘੰਟਾ ਤੋਂ ਸ਼ੁਰੂ ਹੋ ਕੇ $17.75 ਤੱਕ ਪੁੱਜ ਗਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਦੇ 4 ਰਾਜਾਂ ਵੱਲੋਂ ਪਿਛਲੇ ਸਾਲ ਅਕਤੂਬਰ ਤੋਂ ਘੱਟੋ-ਘੱਟ ਉਜਰਤਾਂ ਵਿੱਚ ਵਾਧਾ ਕੀਤਾ ਗਿਆ। ਓਨਟਾਰੀਓ ਵਿੱਚ ਕਿਰਤੀਆਂ ਨੂੰ $17.20 ਪ੍ਰਤੀ ਘੰਟਾ ਦੀ ਘੱਟੋ-ਘੱਟ ਉਜਰਤ ਮਿਲ ਰਹੀ ਹੈ ਅਤੇ ਹਫ਼ਤੇ ਵਿੱਚ 40 ਘੰਟੇ ਕੰਮ ਕਰਨ ਵਾਲਿਆਂ ਨੂੰ ਸਾਲਾਨਾ $1,355 ਦਾ ਫਾਇਦਾ ਹੋਣ ਦੇ ਅਸਾਰ ਹਨ। ਦੂਜੇ ਪਾਸੇ ਮੈਨੀਟੋਬਾ ਵਿੱਚ ਕਿਰਤੀਆਂ ਦਾ ਘੱਟੋ-ਘੱਟ ਪ੍ਰਤੀ ਘੰਟਾ ਮਿਹਨਤਾਨਾ $15.80 ਕਰ ਦਿੱਤਾ ਗਿਆ। ਇਸੇ ਤਰ੍ਹਾਂ ਪ੍ਰਿੰਸ ਐਡਵਰਡ ਆਈਲੈਂਡ ਵਿੱਚ ਕਿਰਤੀਆਂ ਨੂੰ $16 ਪ੍ਰਤੀ ਘੰਟਾ ਦੀ ਉਜਰਤ ਦਰ ਮਿਲ ਰਹੀ ਹੈ। ਫੈਡਰਲ ਸਰਕਾਰ ਵੱਲੋਂ 1 ਅਪ੍ਰੈਲ ਤੋਂ ਲਾਗੂ ਕੀਤੀ ਜਾ ਰਹੀ ਉਜਰਤ ਦਰ 4 ਰਾਜਾਂ ਤੋਂ ਵੱਧ ਬਣਦੀ ਹੈ। ਮੀਡੀਆ ਰਿਪੋਰਟ ਮੁਤਾਬਕ 2023 ਦੌਰਾਨ ਓਨਟਾਰੀਓ ਦੇ ਵਿੱਚ 9,35,000 ਕਿਰਤੀ $17.20 ਪ੍ਰਤੀ ਘੰਟਾ ਜਾਂ ਇਸ ਤੋਂ ਘੱਟ ਉਜਰਤ ਦਰ ਤੇ ਕੰਮ ਕਰ ਰਹੇ ਸਨ। ਵਿਦਿਆਰਥੀਆਂ ਦੀ ਘੱਟੋ-ਘੱਟ ਉਜਰਤ ਦਰ $16.20 ਤੈਅ ਕੀਤੀ ਗਈ ਜੋ ਪਹਿਲਾਂ $15.60 ਪ੍ਰਤੀ ਘੰਟਾ ਚੱਲ ਰਹੀ ਸੀ। ਕੈਨੇਡਾ ਦੇ ਵਿੱਚ BC ਤੋਂ ਬਾਅਦ ਓਨਟਾਰੀਓ ਵਿੱਚ ਕਿਰਤੀਆਂ ਨੂੰ ਸਭ ਤੋਂ ਵੱਧ ਮਿਹਨਤਾਨਾ ਮਿਲ ਰਿਹਾ ਹੈ। ਸੂਬੇ ਦੇ ਰਿਟੇਲ ਸੈਕਟਰ ਵਿੱਚ 35% ਕਿਰਤੀ ਘੱਟੋ-ਘੱਟ ਉਜਰਤ ਦਰ ਜਾਂ ਇਸ ਤੋਂ ਵੀ ਘੱਟ ਮਿਹਨਤਾਨੇ ਤੇ ਕੰਮ ਕਰ ਰਹੇ ਹਨ, ਜਦਕਿ ਐਕੋਮੋਡੇਸ਼ਨਸ ਅਤੇ ਫੂਡ ਸਰਵਿਸਿਜ਼ ਸੈਕਟਰ ਵਿੱਚ ਕਿਰਤੀਆਂ ਦਾ ਅੰਕੜਾ 24% ਬਣਦਾ ਹੈ। ਪ੍ਰਿੰਸ ਐਡਵਰਡ ਆਈਲੈਂਡ ਦਾ ਜ਼ਿਕਰ ਕੀਤਾ ਜਾਵੇ ਤਾਂ ਸੂਬੇ ਦੇ ਕਿਰਤੀਆਂ ਨੂੰ 2024 ਦੇ ਆਰੰਭ ਦੇ ਵਿੱਚ 40 ਸੈਂਟ ਦਾ ਵਾਧਾ ਮਿਲਿਆ ਅਤੇ ਅਕਤੂਬਰ ਵਿੱਚ 60 ਸੈਂਟ ਦਾ ਨਵਾਂ ਵਾਧਾ ਮਿਲ ਗਿਆ। ਇਸੇ ਦੌਰਾਨ ਮੈਨੀਟੋਬਾ ਚੈਂਬਰ ਆਫ ਕਾਮਰਸ ਦੇ ਚੱਕ ਡੇਵਿਡਸਨ ਨੇ ਦੱਸਿਆ ਕਿ ਕਿਰਤੀਆਂ ਦਾ ਮਿਹਨਤਾਨਾ ਮਹਿੰਗਾਈ ਦੇ ਹਿਸਾਬ ਨਾਲ ਵਧ ਰਿਹਾ ਹੈ। ਮੈਨੀਟੋਬਾ ਦੇ ਹਰ 4 ਕਿਰਤੀਆਂ ਵਿੱਚੋਂ ਇੱਕ ਜਾਂ ਤਕਰੀਬਨ 1,71,000 ਕਿਰਤੀ ਘੱਟੋ-ਘੱਟ ਉਜਰਤ ਦਰ ਜਾਂ $19 ਦੀ ਲਿਵਿੰਗ ਵੇਜ ਦਰਮਿਆਨ ਕੰਮ ਕਰ ਰਹੇ ਹਨ। ਅਮਰੀਕਾ ਵਿੱਚ ਸ਼ਨੀਵਾਰ ਨੂੰ ਇੱਕ ਪੰਛੀ ਫੈਡੈਕਸ ਕਾਰਗੋ ਜਹਾਜ਼ ਦੇ ਇੰਜਨ ਦੇ ਨਾਲ ਟਕਰਾ ਗਿਆ, ਜਿਸ ਕਾਰਨ ਅੱਗ ਲੱਗ ਗਈ। ਇਸ ਤੋਂ ਬਾਅਦ ਜਹਾਜ਼ ਦੀ ਨਿਊ ਜਰਸੀ ਦੇ ਨੇਵਾਕ ਹਵਾਈ ਅੱਡੇ ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਡਾਣ ਦੌਰਾਨ ਜਹਾਜ਼ ਦੇ ਸੱਜੇ ਪਾਸੇ ਦੇ ਇੰਜਨ ਵਿੱਚ ਅੱਗ ਲੱਗੀ ਦਿਖਾਈ ਦੇ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਚਸ਼ਮਦੀਦਾਂ ਨੇ ਕਿਹਾ ਕਿ ਉਹਨਾਂ ਨੇ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ। ਇੱਕ ਹੋਰ ਵੀਡੀਓ ਵਿੱਚ ਜਹਾਜ਼ ਨੂੰ ਸੁਰੱਖਿਅਤ ਉਤਰਦੇ ਹੋਏ ਵੀ ਦੇਖਿਆ ਜਾ ਸਕਦਾ ਹੈ, ਭਾਵੇਂ ਕਿ ਇਸ ਦੇ ਇੰਜਨ ਵਿੱਚ ਅੱਗ ਲੱਗੀ ਹੋਈ ਸੀ। ਨਿਊਯਾਰਕ ਅਤੇ ਨਿਊ ਜਰਸੀ ਦੇ ਪੋਰਟ ਅਥਾਰਟੀ ਦੇ ਬੁਲਾਰੇ ਨੇ ਕਿਹਾ ਕਿ ਸਾਵਧਾਨੀ ਦੇ ਤੌਰ ਤੇ ਹਵਾਈ ਅੱਡੇ ਤੇ ਆਵਾਜਾਈ ਨੂੰ ਥੋੜੇ ਸਮੇਂ ਲਈ ਰੋਕ ਦਿੱਤਾ ਗਿਆ ਸੀ, ਪਰ ਬਾਅਦ ਵਿੱਚ ਆਵਾਜਾਈ ਮੁੜ ਸ਼ੁਰੂ ਕਰ ਦਿੱਤੀ ਗਈ।
ਹਾਦਸੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਅਜੇ ਇਹ ਵੀ ਸਪਸ਼ਟ ਨਹੀਂ ਹੈ ਕਿ ਹਾਦਸੇ ਸਮੇਂ ਜਹਾਜ਼ ਵਿੱਚ ਕਿੰਨੇ ਲੋਕ ਸਵਾਰ ਸਨ। ਫੈਡੈਕਸ ਦੇ ਬੁਲਾਰੇ ਨੇ ਕਿਹਾ ਕਿ ਜਹਾਜ਼ ਇੰਡੀਆਨਾਪੋਲਿਸ ਜਾ ਰਹੀ ਸੀ, ਪਰ ਪੰਛੀ ਦੇ ਟਕਰਾਉਣ ਕਾਰਨ ਐਮਰਜੈਂਸੀ ਘੋਸ਼ਿਤ ਕੀਤੀ ਗਈ, ਜਿਸ ਤੋਂ ਬਾਅਦ ਜਹਾਜ਼ ਨੇ ਵਾਕ ਪਰਤ ਆਇਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੁਰੱਖਿਆ 'ਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਫਲੋਰੀਡਾ ਵਿੱਚ ਟਰੰਪ ਦਾ ਮਾਰ-ਏ-ਲਾਗੋ ਰਿਜ਼ੋਰਟ ਹੈ। ਇਸ ਰਿਜ਼ੋਰਟ ਤੇ 3 ਨਾਗਰਿਕ ਜਹਾਜ਼ਾਂ ਨੇ ਉਡਾਨ ਭਰੀ। ਮਾਮਲੇ ਦੀ ਸੂਚਨਾ ਮਿਲਦੇ ਹੀ F-16 ਲੜਾਕੂ ਜਹਾਜ਼ਾਂ ਨੂੰ ਤੁਰੰਤ ਮਗਰ ਭੇਜ ਦਿੱਤਾ ਗਿਆ। ਇਨ੍ਹਾਂ ਜਹਾਜ਼ਾਂ ਨੇ ਤਿੰਨੋਂ ਨਾਗਰਿਕ ਜਹਾਜ਼ਾਂ ਨੂੰ ਰਿਜ਼ੋਰਟ ਦੇ ਉੱਪਰੋਂ ਹਟਾ ਦਿੱਤਾ। ਸੁਰੱਖਿਆ ਪ੍ਰੋਟੋਕਾਲ ਮੁਤਾਬਕ ਕੋਈ ਵੀ ਜਹਾਜ਼ ਰਾਸ਼ਟਰਪਤੀ ਨਿਵਾਸ ਦੇ ਉੱਪਰੋਂ ਨਹੀਂ ਲੰਘ ਸਕਦਾ। ਉਧਰ ਹੀ ਨਿਊਜ਼ ਦੇ ਅਨੁਸਾਰ ਫਲੋਰੀਡਾ ਵਿੱਚ ਡੋਨਾਲਡ ਟਰੰਪ ਦੇ ਮਾਰ-ਏ-ਲਾਗੋ ਰਿਜ਼ੋਰਟ ਉੱਤੇ 3 ਨਾਗਰਿਕ ਜਹਾਜ਼ਾਂ ਨੇ ਹਵਾਈ ਖੇਤਰ ਦੀ ਉਲੰਘਣਾ ਕੀਤੀ। ਇਸ ਤੋਂ ਬਾਅਦ ਉੱਤਰੀ ਅਮਰੀਕੀ ਏਰੋਸਪੇਸ ਡਿਫੈਂਸ ਕਮਾਂਡ ਨੇ ਤੁਰੰਤ F-16 ਲੜਾਕੂ ਜਹਾਜ਼ਾਂ ਨੂੰ ਉਡਾਇਆ। ਲੜਾਕੂ ਜਹਾਜ਼ਾਂ ਨੇ ਅੱਗ ਦੀਆਂ ਲਪਟਾਂ ਛੱਡੀਆਂ ਅਤੇ 3 ਜਹਾਜ਼ਾਂ ਨੂੰ ਸੀਮਿਤ ਹਵਾਈ ਖੇਤਰ ਤੋਂ ਬਾਹਰ ਲਿਆਂਦਾ। ਆਇਰਿਸ਼ ਸਟਾਰ ਮੁਤਾਬਕ ਜਹਾਜ਼ਾਂ ਦੇ ਹਵਾਈ ਖੇਤਰ ਛੱਡਣ ਤੋਂ ਬਾਅਦ ਡੋਨਾਲਡ ਟਰੰਪ ਆਪਣੇ ਰਿਜ਼ੋਰਟ ਤੇ ਪਹੁੰਚੇ। ਪਾਮ ਬੀਚ ਪੋਸਟ ਅਨੁਸਾਰ ਫਰਵਰੀ ਵਿੱਚ ਟਰੰਪ ਦੇ ਮਾਰ-ਏ-ਲਾਗੋ ਯਾਤਰਾ ਦੌਰਾਨ 3 ਹਵਾਈ ਖੇਤਰ ਦੀ ਉਲੰਘਣਾ ਹੋਈ ਸੀ। ਹਵਾਈ ਖੇਤਰ ਦੀ ਉਲੰਘਣਾ ਦੇ 2 ਮਾਮਲੇ 15 ਫਰਵਰੀ ਨੂੰ ਅਤੇ ਇੱਕ ਮਾਮਲਾ 17 ਫਰਵਰੀ ਨੂੰ ਸਾਹਮਣੇ ਆਇਆ ਸੀ। ਇਨੀ ਦਿਨੀ ਟਰੰਪ ਦਾ ਮਾਰ-ਏ-ਲਾਗੋ ਰਿਜ਼ੋਰਟ ਦੁਨੀਆ ਦਾ ਸਭ ਤੋਂ ਪ੍ਰਭਾਵਸ਼ਾਲੀ ਸਥਾਨ ਹੈ। ਜਦੋਂ ਤੋਂ ਟਰੰਪ ਨੇ ਚੋਣ ਜਿੱਤੀ ਹੈ, ਦੁਨੀਆ ਭਰ ਦੇ ਨੇਤਾ, ਅਦਾਕਾਰ ਅਤੇ ਕਾਰੋਬਾਰੀ ਇੱਥੇ ਆ ਰਹੇ ਹਨ। ਐਲੋਨ ਮਸਕ ਇੱਥੇ ਨਿਯਮਿਤ ਤੌਰ ਤੇ ਆਉਂਦੇ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੀ ਮਾਰ-ਏ-ਲਾਗੋ ਆਏ ਸਨ। ਇਹੀ ਕਾਰਨ ਹੈ ਕਿ ਡੋਨਾਲਡ ਟਰੰਪ ਆਪਣੇ ਰਿਜ਼ੋਰਟ ਨੂੰ ਬ੍ਰਹਿਮੰਡ ਦਾ ਕੇਂਦਰ ਕਹਿੰਦੇ ਹਨ। ਟਰੰਪ ਨੇ ਇਹ ਰਿਜ਼ੋਰਟ 1985 ਵਿੱਚ $10 ਮਿਲੀਅਨ ਵਿੱਚ ਖਰੀਦਿਆ ਸੀ। ਹੁਣ ਇਸ ਦੀ ਕੀਮਤ ਲਗਭਗ $342 ਮਿਲੀਅਨ ਹੈ। ਰਿਜ਼ੋਰਟ ਵਿੱਚ ਇੱਕ ਸ਼ਾਨਦਾਰ ਕਲੱਬ ਹੈ। ਇੱਥੇ 58 ਬੈਡਰੂਮ ਅਤੇ 33 ਗੋਲਡ ਪਲੇਟਿਡ ਬਾਥਰੂਮ ਹਨ। ਰਾਸ਼ਟਰਪਤੀ ਚੋਣਾਂ ਦੌਰਾਨ 2 ਵਾਰ ਡੋਨਾਲਡ ਟਰੰਪ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਹੋ ਚੁੱਕੀਆਂ ਹਨ। ਉਸ ਤੋਂ ਪਹਿਲਾ ਹਮਲਾ 13 ਜੁਲਾਈ ਨੂੰ ਪੈਂਸਿਲਵੇਨੀਆ ਦੇ ਬਟਲਰ 'ਚ ਹੋਇਆ ਸੀ। ਇੱਥੇ ਇੱਕ ਚੋਣ ਰੈਲੀ ਦੌਰਾਨ ਡੋਨਾਲਡ ਟਰੰਪ ਨੂੰ ਗੋਲੀ ਮਾਰ ਦਿੱਤੀ ਗਈ। ਗੋਲੀ ਉਸਦੇ ਕੰਨ ਨੇੜਿਓਂ ਨਿਕਲ ਗਈ ਸੀ। ਇਸ ਤੋਂ ਬਾਅਦ ਸਤੰਬਰ ਵਿੱਚ ਫਲੋਰੀਡਾ ਦੇ ਇੱਕ ਗੋਲਫ ਕਲੱਬ ਵਿੱਚ ਦੂਜਾ ਹਮਲਾ ਹੋਇਆ। ਟਰੰਪ ਤੋਂ ਕਰੀਬ 300 ਮੀਟਰ ਦੀ ਦੂਰੀ ਤੇ ਗੋਲੀਬਾਰੀ ਕੀਤੀ ਗਈ। ਹਾਲਾਂਕਿ ਸੁਰੱਖਿਆ ਬਲਾਂ ਨੇ ਸਮੇਂ ਤੇ ਹਮਲਾਵਰ ਨੂੰ ਕਾਬੂ ਕਰ ਲਿਆ। ਅਰਬਪਤੀ ਐਲੋਨ ਮਸਕ ਆਪਣੇ 14ਵੇਂ ਬੱਚੇ ਦੇ ਪਿਤਾ ਬਣ ਗਏ ਹਨ। ਨਿਊਰਲਿੰਕ ਦੇ ਕਾਰਜਕਾਰੀ ਤੇ ਮਸਕ ਦੇ ਸਾਥੀ ਸ਼ਿਵੋਨ ਗਿਲਿਸ ਨੇ ਸੋਸ਼ਲ ਮੀਡੀਆ ਤੇ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਆਪਣੇ ਚੌਥੇ ਬੱਚੇ ਪੁੱਤਰ ਸੈਲਡਨ ਦਾ ਨਾਮ ਪ੍ਰਗਟ ਕੀਤਾ। ਨਾਲ ਹੀ ਆਪਣੀ ਧੀ ਆਰਕੇਡੀਆ ਨੂੰ ਉਸਦੇ ਜਨਮ ਦਿਨ ਤੇ ਸ਼ੁਭਕਾਮਨਾਵਾਂ ਦਿੱਤੀਆਂ। ਟੈਸਲਾ ਦੇ ਮਾਲਕ ਨੇ ਗਿਲਿਸ ਦੀ ਪੋਸਟ ਦਾ ਜਵਾਬ ਦਿਲ ਵਾਲੇ ਇਮੋਜੀ ਨਾਲ ਦੇ ਕੇ ਆਪਣੇ ਚੌਥੇ ਬੱਚੇ ਦਾ ਸਵਾਗਤ ਕੀਤਾ। ਐਲੋਨ ਮਸਕ ਅਤੇ ਸ਼ਿਵੋਨ ਗਿਲਿਸ ਦੇ 4 ਬੱਚੇ ਹਨ। ਉਸਨੇ ਹੁਣ ਤੱਕ ਆਪਣੇ ਤੀਜੇ ਅਤੇ ਚੌਥੇ ਬੱਚੇ ਦੀ ਪਛਾਣ ਗੁਪਤ ਰੱਖੀ ਸੀ। ਹੁਣ ਦੋਵਾਂ ਨੇ ਆਪਣੇ ਤੀਜੇ ਬੱਚੇ ਦੇ ਜਨਮ ਦਿਨ ਤੇ ਆਪਣੇ ਤੀਜੇ ਅਤੇ ਚੌਥੇ ਬੱਚੇ ਦੇ ਨਾਮ ਦੁਨੀਆ ਸਾਹਮਣੇ ਪ੍ਰਗਟ ਕਰਨ ਦਾ ਫੈਸਲਾ ਕੀਤਾ ਹੈ। ਉਧਰ ਹੀ ਗਿਲਿਸ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਐਲੋਨ ਦੇ ਨਾਲ ਗੱਲ ਕਰਨ ਤੋਂ ਬਾਅਦ ਅਤੇ ਸੁੰਦਰ ਆਰਕੇਡੀਆ ਦੇ ਜਨਮ ਦਿਨ ਤੇ ਸਾਨੂੰ ਲੱਗਿਆ ਕਿ ਸਾਡੇ ਸ਼ਾਨਦਾਰ ਪੁੱਤਰ ਸੈਲਡਨ ਬਾਰੇ ਸਿੱਧਾ ਸਾਂਝਾ ਕਰਨਾ ਸਭ ਤੋਂ ਵਧੀਆ ਰਹੇਗਾ। ਇਸ ਤੋਂ ਇਲਾਵਾ ਪੋਸਟ ਵਿੱਚ ਉਹਨਾਂ ਨੇ ਲਿਖਿਆ, ਐਲੋਨ ਮਸਕ ਪਹਿਲੀ ਵਾਰ 2002 ਵਿੱਚ ਪਿਤਾ ਬਣਿਆ ਸੀ, ਜਦੋਂ ਉਸ ਦੀ ਪਤਨੀ ਜਸਟਿਨ ਵਿਲਸਨ ਨੇ ਇੱਕ ਪੁੱਤਰ ਨੇਵਾਡਾ ਮਸਕ ਨੂੰ ਜਨਮ ਦਿੱਤਾ ਸੀ, ਜਿਸ ਦੀ 10 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਬਾਅਦ ਵਿੱਚ ਇਹ ਜੋੜਾ IVF ਰਾਹੀਂ ਜੁੜਵਾ ਅਤੇ 3 ਬੱਚਿਆਂ ਦੇ ਮਾਪੇ ਬਣੇ। ਇਸ ਤੋਂ ਬਾਅਦ ਮਸਕ ਦੇ ਗਾਇਕ ਗ੍ਰਿਮਸ ਨਾਲ 3 ਬੱਚੇ ਅਤੇ ਸ਼ਿਵੋਨ ਗਿਲਿਸ ਨਾਲ 4 ਬੱਚੇ ਹੋਏ। ਹਾਲ ਹੀ ਵਿੱਚ ਐਸ਼ਲੇ ਸੈਂਟ ਕਲੇਅਰ ਨੇ ਮਸਕ ਦੇ 13ਵੇਂ ਬੱਚੇ ਨੂੰ ਜਨਮ ਦੇਣ ਦਾ ਦਾਅਵਾ ਕੀਤਾ। ਟਿਊਨੀਸ਼ੀਆ ਦੇ ਪੂਰਬੀ ਸੂਬੇ ਮਾਹਦੀਆ ਵਿੱਚ ਇੱਕ ਸਮੁੰਦਰੀ ਯੂਨਿਟ ਨੇ 64 ਲੋਕਾਂ ਨੂੰ ਬਚਾਇਆ ਹੈ, ਜੋ ਯੂਰਪ ਪਹੁੰਚਣ ਦੀ ਕੋਸ਼ਿਸ਼ ਕਰਨ ਡੰਕੀ ਲਾਉਂਦੇ ਸਮੁੰਦਰ ਵਿੱਚ ਫਸ ਗਏ ਸਨ। ਟਿਊਨੀਸ਼ੀਆ ਦੇ ਜਨਰਲ ਡਾਇਰੈਕਟਰ ਆਫ ਕਸਟਮਸ ਨੇ ਆਪਣੇ ਫੇਸਬੁੱਕ ਅਕਾਊਂਟ ਰਾਹੀਂ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਬਿਆਨ ਦੇ ਅਨੁਸਾਰ ਸਮੁੰਦਰੀ ਯੂਨਿਟ ਨੇ ਅਨਿਯਮਿਤ ਇਮੀਗ੍ਰੇਸ਼ਨ ਨਾਲ ਲੜਨ ਦੇ ਉਦੇਸ਼ ਨਾਲ ਇੱਕ ਖੋਜ ਅਤੇ ਬਚਾਅ ਕਾਰਜ ਚਲਾਇਆ ਸੀ। ਇਸ ਦੌਰਾਨ ਵੱਖ-ਵੱਖ ਦੇਸ਼ਾਂ ਦੇ 64 ਲੋਕ ਸਮੁੰਦਰ ਵਿੱਚ ਇੱਕ ਕਿਸ਼ਤੀ ਤੇ ਸਵਾਰ ਮਿਲੇ, ਜਿਸ ਦਾ ਤੇਲ ਖਤਮ ਹੋ ਰਿਹਾ ਸੀ। ਬਿਆਨ ਵਿੱਚ ਕਿਹਾ ਗਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਕਿ ਕਿਸ਼ਤੀ ਗੁਆਂਢੀ ਦੇਸ਼ ਤੋਂ ਆਈ ਸੀ। ਹਾਲਾਂਕਿ ਇਹ ਨਹੀਂ ਦੱਸਿਆ ਕਿ ਕਿਹੜਾ ਦੇਸ਼ ਸੀ। ਇਸ ਵਿੱਚ ਕਿਹਾ ਗਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਚੇਬਾ ਬੰਦਰਗਾਹਾਂ ਤੇ ਤਬਦੀਲ ਕਰ ਦਿੱਤਾ ਗਿਆ ਅਤੇ ਅੱਗੇ ਦੀ ਕਾਨੂੰਨੀ ਪ੍ਰਕਿਰਿਆ ਲਈ ਟਿਊਨੀਸ਼ੀਆ ਕੋਸਟ ਗਾਰਡ ਨੂੰ ਸੌਂਪ ਦਿੱਤਾ ਗਿਆ। ਮੱਧ ਭੂ-ਮੱਧ ਸਾਗਰ ਵਿੱਚ ਸਥਿਤ ਟਿਊਨੀਸ਼ੀਆ ਯੂਰਪ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਇੱਕ ਪ੍ਰਮੁੱਖ ਆਵਾਜਾਈ ਬਿੰਦੂ ਬਣਿਆ ਹੋਇਆ ਹੈ। ਅਮਰੀਕਾ ਦੀ ਇੱਕ ਅਦਾਲਤ ਨੇ ਕਿਹਾ ਕਿ ਇੱਕ ਸੰਘੀ ਨਿਗਰਾਨੀ ਏਜੰਸੀ ਦੇ ਮੁਖੀ ਹੈਪਟਨ ਨੇ
ਉਹਨਾਂ ਦੇ ਅਹੁਦੇ ਤੇ ਬਰਕਰਾਰ ਰੱਖਿਆ ਜਾਵੇ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਗੈਰ ਕਾਨੂੰਨੀ ਹੈ। ਅਮਰੀਕੀ ਜ਼ਿਲ੍ਹਾ ਜੱਜ ਐਮੀ ਬਰਮਨ ਜੈਕਸਨ ਨੇ ਸੁਤੰਤਰ ਏਜੰਸੀ ਦੇ ਮੁਖੀ ਨੂੰ ਹਟਾਉਣ ਦੇ ਰਾਸ਼ਟਰਪਤੀ ਦੇ ਅਧਿਕਾਰ ਨੂੰ ਲੈ ਕੇ ਕਾਨੂੰਨੀ ਲੜਾਈ ਵਿੱਚ ਵਿਸ਼ੇਸ਼ ਵਕੀਲ ਦੇ ਦਫ਼ਤਰ ਦੇ ਮੁਖੀ ਹੈਪਟਨ ਡੈਲਿੰਗਰ ਦਾ ਪੱਖ ਲਿਆ। ਇਸ ਗੱਲ ਦੀ ਸੰਭਾਵਨਾ ਹੈ ਕਿ ਇਸ ਏਜੰਸੀ ਦੀ ਕਮਾਨ ਇੱਕ ਵਾਰ ਫਿਰ ਅਮਰੀਕੀ ਸੁਪਰੀਮ ਕੋਰਟ ਨੂੰ ਸੌਂਪੀ ਜਾ ਸਕਦੀ ਹੈ। ਡੈਲਿੰਗਰ ਨੇ ਖੁਦ ਨੂੰ ਹਟਾਏ ਜਾਣ ਤੋਂ ਬਾਅਦ ਪਿਛਲੇ ਮਹੀਨੇ ਟਰੰਪ ਵਿਰੁੱਧ ਮੁਕੱਦਮਾ ਦਾਇਰ ਕੀਤਾ ਸੀ। ਹਾਲਾਂਕਿ ਕਾਨੂੰਨ ਅਨੁਸਾਰ ਰਾਸ਼ਟਰਪਤੀ ਸਿਰਫ ਅਯੋਗਤਾ ਡਿਊਟੀ ਦੀ ਅਣਗਹਿਲੀ ਜਾਂ ਅਹੁਦੇ ਤੇ ਦੁਰਵਿਵਹਾਰ ਲਈ ਹੀ ਵਿਸ਼ੇਸ਼ ਵਕੀਲਾਂ ਨੂੰ ਹਟਾ ਸਕਦੇ ਹਨ। ਡੈਲਿੰਗਰ ਨੂੰ ਡੈਮੋਕ੍ਰੈਟਿਕ ਰਾਸ਼ਟਰਪਤੀ ਜੋ ਬਾਈਡਨ ਦੁਆਰਾ ਨਿਯੁਕਤ ਕੀਤਾ ਗਿਆ ਸੀ ਅਤੇ ਅਮਰੀਕੀ ਸੰਸਦ ਦੇ ਉੱਪਰਲੇ ਸਦਨ ਸੈਨੇਟ ਨੇ 2024 ਵਿੱਚ 5 ਸਾਲਾਂ ਦੇ ਕਾਰਜਕਾਲ ਲਈ ਉਹਨਾਂ ਦੇ ਨਾਮ ਤੇ ਮੋਹਰ ਲਗਾਈ ਸੀ। ਜੱਜ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਆਪਣੀ ਮਰਜ਼ੀ ਨਾਲ ਵਿਸ਼ੇਸ਼ ਵਕੀਲ ਨੂੰ ਹਟਾਉਣ ਦੀ ਇਜਾਜ਼ਤ ਦੇਣ ਨਾਲ ਵਿਸ਼ੇਸ਼ ਵਕੀਲ ਦੇ ਮਹੱਤਵਪੂਰਨ ਫਰਜ਼ਾਂ ਤੇ ਮਾੜਾ ਅਸਰ ਪਵੇਗਾ। ਜੈਕਸਨ ਨੇ ਆਪਣੇ ਫੈਸਲੇ ਵਿੱਚ ਲਿਖਿਆ ਕਿ ਵਿਸ਼ੇਸ਼ ਵਕੀਲ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਰਾਜਨੀਤਿਕ ਤਬਦੀਲੀਆਂ ਦੇ ਬਾਵਜੂਦ ਆਪਣਾ ਕੰਮ ਜਾਰੀ ਰੱਖੇ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਏ। ਇਹ ਫੈਸਲਾ ਉਦੋਂ ਆਇਆ ਜਦੋਂ ਡੈਲਿੰਗਰ ਟਰੰਪ ਪ੍ਰਸ਼ਾਸਨ ਦੁਆਰਾ ਸਰਕਾਰ ਦੇ ਵਿਆਪਕ ਸੁਧਾਰ ਦੇ ਹਿੱਸੇ ਵਜੋਂ ਪ੍ਰੋਬੇਸ਼ਨਰੀ ਕਰਮਚਾਰੀਆਂ ਦੀ ਬਰਖਾਸਤਗੀ ਨੂੰ ਚੁਣੌਤੀ ਦੇ ਰਹੇ ਹਨ। ਮੰਗਲਵਾਰ ਨੂੰ ਇੱਕ ਸੰਘੀ ਬੋਰਡ ਨੇ ਕਈ ਪ੍ਰੋਬੇਸ਼ਨਰੀ ਕਰਮਚਾਰੀਆਂ ਦੀ ਬਰਖਾਸਤਗੀ ਨੂੰ ਰੋਕ ਦਿੱਤਾ ਸੀ ਕਿਉਂਕਿ ਡੈਲਿੰਗਰ ਨੇ ਕਿਹਾ ਸੀ ਕਿ ਉਹਨਾਂ ਦੀਆਂ ਬਰਖਾਸਤਗੀਆਂ ਗੈਰ ਕਾਨੂੰਨੀ ਹੋ ਸਕਦੀਆਂ ਹਨ। ਡੈਲਿੰਗਰ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਕਿਹਾ, ਮੈਂ ਖੁਸ਼ ਅਤੇ ਸ਼ੁਕਰਗੁਜ਼ਾਰ ਹਾਂ ਕਿ ਅਦਾਲਤ ਨੇ ਕਾਂਗਰਸ ਦੁਆਰਾ ਮੇਰੇ ਅਹੁਦੇ ਨੂੰ ਪ੍ਰਦਾਨ ਕੀਤੀਆਂ ਗਈਆਂ ਸੁਰੱਖਿਆਵਾਂ ਦੀ ਮਹੱਤਤਾ ਅਤੇ ਵੈਧਤਾ ਨੂੰ ਪ੍ਰਮਾਣਿਤ ਕੀਤਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਹੋਏ ਵਿਵਾਦ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਨਾਲ ਮੁਲਾਕਾਤ ਕੀਤੀ। ਯੂਨਾਈਟਿਡ ਕਿੰਗਡਮ ਅਤੇ ਯੂਕਰੇਨ ਨੇ ਮਿਲ ਕੇ ਯੂਕਰੇਨ ਦੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਨ ਲਈ 2.26 ਬਿਲੀਅਨ ਪੌਂਡ ਲਗਭਗ 2.84 ਬਿਲੀਅਨ ਡਾਲਰ ਦਾ ਕਰਜ਼ਾ ਸਮਝੌਤਾ ਕੀਤਾ, ਜਿਸ ਦਾ ਵਰਤੋਂ ਹਥਿਆਰ ਬਣਾਉਣ ਲਈ ਕੀਤਾ ਜਾਵੇਗਾ। AFP ਦੀ ਰਿਪੋਰਟ ਮੁਤਾਬਕ ਇਸ ਮੁਲਾਕਾਤ ਦੌਰਾਨ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਯੂਕਰੇਨ ਲਈ ਆਪਣਾ ਸਮਰਥਨ ਦੁਬਾਰਾ ਦੁਹਰਾਇਆ ਅਤੇ ਕਿਹਾ ਕਿ ਬ੍ਰਿਟੇਨ ਹਮੇਸ਼ਾ ਯੂਕਰੇਨ ਦੇ ਨਾਲ ਖੜਾ ਰਹੇਗਾ। ਪ੍ਰਧਾਨ ਮੰਤਰੀ ਸਟਾਰਮਰ ਨੇ ਕਿਹਾ ਕਿ ਉਹ ਅਜਿਹਾ ਰਾਹ ਲੱਭਣਗੇ ਜੋ ਰੂਸ ਦੇ ਗੈਰ ਕਾਨੂੰਨੀ ਯੁੱਧ ਨੂੰ ਖਤਮ ਕਰੇਗਾ ਅਤੇ ਯੂਕਰੇਨ ਦੇ ਭਵਿੱਖ ਲਈ ਠੋਸ ਸ਼ਾਂਤੀ ਨੂੰ ਯਕੀਨੀ ਬਣਾਵੇਗਾ। ਇਸ ਮੁਲਾਕਾਤ ਦੌਰਾਨ ਦੋਵਾਂ ਦੇਸ਼ਾਂ ਦੇ ਵਿੱਤ ਮੰਤਰੀਆਂ ਰਾਹੇਲ ਰੀਵਜ਼ ਅਤੇ ਸਰਜੀਓ ਨੇ ਕਰਜ਼ਾ ਸਮਝੌਤਾ ਨੂੰ ਆਖਰੀ ਰੂਪ ਦਿੱਤਾ, ਜਦਕਿ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਜ਼ੈਲੈਂਸਕੀ ਨਾਲ ਚਰਚਾ ਕੀਤੀ। ਸਟਾਰਮਰ ਨੇ ਇਸ ਸੌਦੇ ਨੂੰ ਸੱਚਾ ਇਨਸਾਫ ਦੱਸਦੇ ਹੋਏ ਕਿਹਾ, ਜਿਸ ਨੇ ਇਹ ਯੁੱਧ ਸ਼ੁਰੂ ਕੀਤਾ ਉਸ ਨੂੰ ਹੀ ਇਸ ਦੀ ਕੀਮਤ ਚੁਕਾਉਣੀ ਪਵੇਗੀ। ਜ਼ੈਲੈਂਸਕੀ ਨੇ ਅੱਗੇ ਲਿਖਿਆ, ਪ੍ਰਧਾਨ ਮੰਤਰੀ ਵੱਲੋਂ ਸਮਰਥਨ ਦਾ ਇੱਕ ਸਿਧਾਂਤਕ ਬਿਆਨ ਅਤੇ ਇੱਕ ਮਹੱਤਵਪੂਰਨ ਫੈਸਲਾ ਰਿਹਾ। ਸਾਡੀ ਮੌਜੂਦਗੀ ਵਿੱਚ ਯੂਕਰੇਨ ਅਤੇ ਯੂਨਾਈਟਿਡ ਕਿੰਗਡਮ ਨੇ ਇੱਕ ਕਰਜ਼ਾ ਸਮਝੌਤੇ ਤੇ ਦਸਤਖਤ ਕੀਤੇ। ਇਹ ਕਰਜ਼ਾ ਯੂਕਰੇਨ ਦੀ ਰੱਖਿਆ ਸਮਰੱਥਾ ਨੂੰ ਵਧਾਏਗਾ ਅਤੇ ਇਸ ਨੂੰ ਜਮ੍ਹਾਂ ਹੋਈ ਰੂਸੀ ਸੰਪਤੀਆਂ ਤੋਂ ਮਿਲਣ ਵਾਲੇ ਆਮਦਨ ਨਾਲ ਚੁਕਾਇਆ ਜਾਵੇਗਾ। ਉਹਨਾਂ ਨੇ ਕਿਹਾ ਕਿ ਇਹ ਧਨ ਯੂਕਰੇਨ ਵਿੱਚ ਹਥਿਆਰਾਂ ਦੀ ਉਤਪਾਦਨ ਸਮਰੱਥਾ ਵਧਾਉਣ ਲਈ ਵਰਤਿਆ ਜਾਵੇਗਾ। ਇਹ ਸੱਚਾ ਨਿਆਂ ਹੈ, ਜਿਸ ਨੇ ਯੁੱਧ ਸ਼ੁਰੂ ਕੀਤਾ ਉਸ ਨੂੰ ਹੀ ਇਸ ਦੀ ਕੀਮਤ ਚੁਕਾਉਣੀ ਪਵੇਗੀ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਦੇ ਸੁਰ ਕੁਝ ਬਦਲੇ ਹੋਏ ਜਾਪ ਰਹੇ ਹਨ। ਵਾਈਟ ਹਾਊਸ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਗਰਮਾ-ਗਰਮ ਬਹਿਸ ਤੋਂ ਇੱਕ ਦਿਨ ਬਾਅਦ ਜਦੋਂ ਉਹ ਲੰਡਨ ਪਹੁੰਚੇ ਤਾਂ ਉਹਨਾਂ ਦਾ ਰਵੱਈਆ ਬਹੁਤ ਨਰਮ ਦਿਖਾਈ ਦਿੱਤਾ। ਉਹਨਾਂ ਨੇ ਨਾ ਸਿਰਫ ਅਮਰੀਕਾ ਵੱਲੋਂ ਦਿੱਤੀ ਗਈ ਫੌਜੀ ਮਦਦ ਦੀ ਸ਼ਲਾਘਾ ਕੀਤੀ, ਸਗੋਂ ਡੋਨਲਡ ਟਰੰਪ ਦਾ ਧੰਨਵਾਦ ਵੀ ਕੀਤਾ। ਯੂਕਰੇਨੀ ਨੇਤਾ ਨੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਸਾਰੇ ਹਮਾਇਤ ਲਈ ਅਮਰੀਕਾ ਦੇ ਬਹੁਤ ਧੰਨਵਾਦੀ ਹਾਂ। ਉਹਨੇ ਕਿਹਾ, ਰਾਸ਼ਟਰਪਤੀ ਟਰੰਪ ਕਾਂਗਰਸ ਅਤੇ ਅਮਰੀਕੀ ਲੋਕਾਂ ਦੀ ਦੋ ਪੱਖੀ ਹਮਾਇਤ ਲਈ ਧੰਨਵਾਦੀ ਹਾਂ। ਯੂਕਰੇਨੀਆਂ ਨੇ ਹਮੇਸ਼ਾ ਇਸ ਹਮਾਇਤ ਦੀ ਕਦਰ ਕੀਤੀ ਹੈ, ਖਾਸ ਕਰਕੇ ਇਨ੍ਹਾਂ 3 ਸਾਲਾਂ ਦੇ ਪੂਰਨ ਪੈਮਾਨੇ ਤੇ ਹਮਲੇ ਦੌਰਾਨ। ਅਮਰੀਕਾ ਦੀ ਹਮਾਇਤ ਸਾਨੂੰ ਜਿਉਂਦੇ ਰਹਿਣ ਵਿੱਚ ਮਦਦ ਕਰਨ ਵਿੱਚ ਮੁੱਖ ਰਹੀ ਹੈ ਅਤੇ ਮੈਂ ਇਸ ਨੂੰ ਸਵੀਕਾਰ ਕਰਨਾ ਚਾਹੁੰਦਾ ਹਾਂ। ਸਾਡੇ ਲਈ ਰਾਸ਼ਟਰਪਤੀ ਟਰੰਪ ਦੀ ਹਮਾਇਤ ਬਹੁਤ ਜ਼ਰੂਰੀ ਹੈ। ਉਹ ਜੰਗ ਖਤਮ ਕਰਨਾ ਚਾਹੁੰਦੇ ਹਨ, ਪਰ ਸਾਡੇ ਨਾਲੋਂ ਵੱਧ ਕੋਈ ਵੀ ਸ਼ਾਂਤੀ ਨਹੀਂ ਚਾਹੁੰਦਾ। ਅਸੀਂ ਇਸ ਜੰਗ ਨੂੰ ਆਪਣੀ ਧਰਤੀ ਤੇ ਚੱਲ ਰਹੇ ਹਾਂ। ਇਹ ਸਾਡੀ ਆਜ਼ਾਦੀ ਅਤੇ ਸਾਡੀ ਹੋਂਦ ਦੀ ਜੰਗ ਹੈ। ਰੂਸ ਨੇ ਇਸ ਗੱਲ ਤੇ ਹੈਰਾਨੀ ਜ਼ਾਹਰ ਕੀਤੀ ਹੈ ਕਿ ਕਿਵੇਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਓਵਲ ਆਫਿਸ 'ਚ ਬਹਿਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੂੰ ਥੱਪੜ ਮਾਰਨ ਤੋਂ ਖੁਦ ਨੂੰ ਰੋਕਿਆ। ਓਵਲ ਆਫਿਸ ਵਿੱਚ ਸ਼ੁੱਕਰਵਾਰ ਨੂੰ ਮੁਲਾਕਾਤ ਦੌਰਾਨ ਦੋਹਾਂ ਵਿਚਾਲੇ ਤਿੱਖੀ ਬਹਿਸ ਹੋਈ ਸੀ, ਜਿਸ ਵਿੱਚ ਟਰੰਪ ਨੇ ਜ਼ੈਲੈਂਸਕੀ ਤੇ ਲੱਖਾਂ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਦਾ ਦੋਸ਼ ਲਗਾਇਆ ਸੀ ਅਤੇ ਕਿਹਾ ਸੀ ਕਿ ਉਹਨਾਂ ਦੀਆਂ ਕਾਰਵਾਈਆਂ ਨਾਲ ਤੀਜਾ ਵਿਸ਼ਵ ਜੰਗ ਸ਼ੁਰੂ ਹੋ ਸਕਦਾ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਨ ਮਾਰੀਆ ਨੇ ਬੈਠਕ 'ਚ ਬਹਿਸ ਤੇ ਪ੍ਰਤੀਕਿਰਿਆ ਦਿੰਦੇ ਹੋਏ ਟੈਲੀਗ੍ਰਾਮ ਤੇ ਲਿਖਿਆ ਕਿ ਵਾਈਟ ਹਾਊਸ 'ਚ ਜ਼ੈਲੈਂਸਕੀ ਦਾ ਸਭ ਤੋਂ ਵੱਡਾ ਝੂਠ ਇਹ ਦਾਅਵਾ ਸੀ ਕਿ ਯੂਕਰੇਨ 2022 'ਚ ਅਲੱਗ-ਥਲੱਗ ਹੋ ਗਿਆ ਸੀ ਅਤੇ ਉਸ ਨੂੰ ਕੋਈ
ਸਮਰਥਨ ਨਹੀਂ ਸੀ। ਉਹਨਾਂ ਨੇ ਕਿਹਾ, ਇਹ ਹੈਰਾਨੀਜਨਕ ਹੈ ਕਿ ਕਿਵੇਂ ਟਰੰਪ ਅਤੇ ਵਾਂਸ ਨੇ ਆਪਣੇ ਆਪ ਨੂੰ ਉਹਨਾਂ ਥੱਪੜ ਮਾਰਨ ਤੋਂ ਰੋਕਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੰਘੀ ਖਰਚਿਆਂ ਵਿੱਚ ਕਟੌਤੀ ਕਰਨ ਦੇ ਯਤਨਾਂ ਦੇ ਹਿੱਸੇ ਵਜੋਂ ਅਰਬਪਤੀ ਕਾਰੋਬਾਰੀ ਐਲੋਨ ਮਸਕ ਦੁਆਰਾ ਕੀਤੀਆਂ ਗਈਆਂ ਕਾਰਵਾਈਆਂ ਵਿਰੁੱਧ ਦੇਸ਼ ਭਰ ਵਿੱਚ ਟੈਸਲਾ ਸਟੋਰਾਂ ਤੇ ਬਾਹਰ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਕੀਤਾ। ਲਿਬਰਲ ਸਮੂਹ ਹਫ਼ਤਿਆਂ ਤੋਂ ਟੈਸਲਾ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਤਾਂ ਜੋ ਕਾਰ ਕੰਪਨੀ ਦੀ ਵਿਕਰੀ ਤੇ ਨਕਾਰਾਤਮਕ ਪ੍ਰਭਾਵ ਪਾਇਆ ਜਾ ਸਕੇ ਅਤੇ ਮਸਕ ਦੀ ਸਰਕਾਰੀ ਕੁਸ਼ਲਤਾ ਮੁਹਿੰਮ ਦਾ ਵਿਰੋਧ ਵਧਾਇਆ ਜਾ ਸਕੇ ਅਤੇ ਨਾਲ ਹੀ ਟਰੰਪ ਦੀ ਨਵੰਬਰ ਦੀ ਰਾਸ਼ਟਰਪਤੀ ਜਿੱਤ ਤੋਂ ਨਿਰਾਸ਼ ਡੈਮੋਕ੍ਰੈਟਿਕ ਪਾਰਟੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਸ਼ਨੀਵਾਰ ਨੂੰ ਬੋਸਟਨ ਵਿੱਚ ਵਿਰੋਧ ਕਰਨ ਵਾਲੇ ਮੈਸੇਚੁਸੇਟਸ ਦੇ 58 ਸਾਲਾਂ ਦੇ ਵਾਤਾਵਰਣ ਵਿਗਿਆਨੀ ਨਾਥਨ ਫਿਲਿਪਸ ਨੇ ਕਿਹਾ, ਅਸੀਂ ਐਲਨ ਤੋਂ ਬਦਲਾ ਲੈ ਸਕਦੇ ਹਾਂ। ਅਸੀਂ ਹਰ ਜਗ੍ਹਾ ਸ਼ੋਰੂਮਾਂ ਵਿੱਚ ਜਾ ਕੇ ਅਤੇ ਟੈਸਲਾ ਦਾ ਬਾਈਕਾਟ ਕਰਕੇ ਕੰਪਨੀ ਨੂੰ ਸਿੱਧਾ ਆਰਥਿਕ ਨੁਕਸਾਨ ਪਹੁੰਚਾ ਸਕਦੇ ਹਾਂ। ਮਸਕ ਟਰੰਪ ਦੇ ਇਸ਼ਾਰੇ ਤੇ ਸੰਘੀ ਖਰਚਿਆਂ ਅਤੇ ਕਰਮਚਾਰੀਆਂ ਵਿੱਚ ਡੂੰਘੀ ਕਟੌਤੀ ਲਈ ਜ਼ੋਰ ਦੇ ਰਿਹਾ ਹੈ ਅਤੇ ਦਲੀਲ ਦਿੰਦਾ ਹੈ ਕਿ ਟਰੰਪ ਦੀ ਜਿੱਤ ਰਾਸ਼ਟਰਪਤੀ ਅਤੇ ਉਹਨਾਂ ਨੂੰ ਅਮਰੀਕੀ ਸਰਕਾਰ ਦਾ ਪੂਰਨ ਗਠਨ ਕਰਨ ਦਾ ਆਦੇਸ਼ ਦਿੰਦੀ ਹੈ। ਟੈਸਲਾ ਟੇਕਡਾਊਨ ਵੈਬਸਾਈਟ ਨੇ 50 ਤੋਂ ਵੱਧ ਪ੍ਰਦਰਸ਼ਨਾਂ ਦੀ ਸੂਚੀ ਦਿੱਤੀ, ਜਿਨ੍ਹਾਂ ਵਿੱਚੋਂ ਹੋਰ ਮਾਰਚ ਵਿੱਚ ਕਰਨ ਦੀ ਯੋਜਨਾ ਹੈ। ਭਾਰਤੀ ਮੂਲ ਦੇ ਕੈਬਨਿਟ ਮੰਤਰੀ ਅਨੀਤਾ ਆਨੰਦ ਨੇ ਸਿਆਸਤ ਤੋਂ ਸੰਨਿਆਸ ਲੈਣ ਦਾ ਮਨ ਬਦਲਿਆ ਹੈ ਅਤੇ ਮੁੜ ਚੋਣ ਮੈਦਾਨ ਵਿੱਚ ਨਿਤਰਨ ਦੀ ਇੱਛਾ ਜ਼ਾਹਰ ਕੀਤੀ ਹੈ। ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਫੈਡਰਲ ਸਿਆਸਤ ਵਿੱਚ ਲਿਬਰਲ ਪਾਰਟੀ ਦੀ ਵਾਪਸੀ ਅਤੇ ਓਨਟਾਰੀਓ ਵਿਧਾਨ ਸਭਾ ਚੋਣਾਂ ਦੌਰਾਨ ਲਿਬਰਲ ਪਾਰਟੀ ਨੂੰ ਮਿਲੀਆਂ ਵੋਟਾਂ ਕਈ ਸਿਆਸਤਦਾਨਾਂ ਨੂੰ ਆਪਣਾ ਫੈਸਲਾ ਬਦਲਣ ਲਈ ਮਜਬੂਰ ਕਰ ਸਕਦੀਆਂ ਹਨ। ਹਾਲ ਹੀ ਵਿੱਚ ਆਏ ਚੋਣ ਸਰਵੇਖਣਾਂ ਮੁਤਾਬਕ ਲਿਬਰਲ ਪਾਰਟੀ ਦੀ ਹਮਾਇਤੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ, ਜਦਕਿ ਕੰਜ਼ਰਵੇਟਿਵ ਪਾਰਟੀ ਅਤੇ ਐਨਡੀਪੀ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਦੱਸ ਦਈਏ ਕਿ ਜਸਟਿਨ ਟਰੂਡੋ ਵੱਲੋਂ 6 ਜਨਵਰੀ ਨੂੰ ਅਸਤੀਫੇ ਦਾ ਐਲਾਨ ਕਰਨ ਤੋਂ 5 ਦਿਨ ਬਾਅਦ ਅਨੀਤਾ ਆਨੰਦ ਨੇ ਲਿਬਰਲ ਲੀਡਰਸ਼ਿਪ ਦੌੜ ਵਿੱਚੋਂ ਬਾਹਰ ਹੋਣ ਦਾ ਐਲਾਨ ਕਰਦਿਆਂ ਮੁੜ ਚੋਣਾਂ ਦਾ ਨਾ ਲੜਨ ਦਾ ਫੈਸਲਾ ਵੀ ਸੁਣਾ ਦਿੱਤਾ। ਕੈਨੇਡਾ ਵਿੱਚ ਆਮ ਚੋਣਾਂ ਭਾਵੇਂ ਅਕਤੂਬਰ ਵਿੱਚ ਹੋਣੀਆਂ ਹਨ, ਪਰ ਨਵੇਂ ਲਿਬਰਲ ਆਗੂ ਦੀ ਚੋਣ ਮਗਰੋਂ ਕਿਸੇ ਵੀ ਵੇਲੇ ਚੋਣਾਂ ਦਾ ਬਿਗਲ ਵੱਜ ਸਕਦਾ ਹੈ। ਲਿਬਰਲ ਲੀਡਰਸ਼ਿਪ ਦੌੜ ਵਿੱਚ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਮਾਰਕ ਕਾਰਨੀ ਹੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ ਅਤੇ ਉਹ ਖੁਦ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੇ ਸੰਕੇਤ ਦੇ ਚੁੱਕੇ ਹਨ। ਸ਼ੁੱਕਰਵਾਰ ਸ਼ਾਮ ਓਕਵਿਲ ਵਿਖੇ ਮਾਰਕ ਕਾਰਨੀ ਦੇ ਇੱਕ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਅਨੀਤਾ ਆਨੰਦ ਨੇ ਕਿਹਾ ਕਿ ਕੈਨੇਡਾ ਇਸ ਵੇਲੇ ਆਪਣੇ ਇਤਿਹਾਸ ਦੇ ਅਹਿਮ ਮੋੜ ਤੇ ਖੜਾ ਹੈ ਅਤੇ ਗੁਆਂਢੀ ਮੁਲਕ ਵੱਲੋਂ ਆ ਰਹੇ ਟੈਰਿਫਸ ਦੇ ਖਤਰੇ ਨਾਲ ਤਕੜੇ ਹੋ ਕੇ ਨਜਿੱਠਣ ਦੀ ਲੋੜ ਹੈ। ਉਹਨਾਂ ਨੇ ਅੱਗੇ ਕਿਹਾ ਕਿ ਕੈਨੇਡੀਅਨ ਵਸਤਾਂ ਤੇ ਨਜਾਇਜ਼ ਟੈਰਿਫਸ ਅਤੇ ਕੈਨੇਡਾ ਉੱਤੇ ਕਾਬਜ਼ ਹੋਣ ਦੀਆਂ ਸਰੇਆਮ ਧਮਕੀਆਂ ਹਾਲਾਤ ਗੰਭੀਰ ਬਣਾ ਰਹੀਆਂ ਹਨ। ਇੱਥੇ ਦੱਸਣਾ ਬਣਦਾ ਹੈ ਕਿ ਟਰਾਂਸਪੋਰਟ ਮੰਤਰੀ ਦੀ ਜ਼ਿੰਮੇਵਾਰ ਨਿਭਾ ਰਹੇ ਹਨ। ਅਨੀਤਾ ਆਨੰਦ ਪਹਿਲੀ ਵਾਰ ਓਕਵਿਲ ਪਾਰਲੀਮੈਂਟਰੀ ਹਲਕੇ ਤੋਂ 2019 ਵਿੱਚ ਚੁਣੇ ਗਏ ਸਨ ਅਤੇ 2021 ਵਿੱਚ ਮੁੜ ਜਿੱਤ ਹਾਸਲ ਕੀਤੀ। ਨਵੀਂ ਹਲਕਾਬੰਦੀ ਮਗਰੋਂ ਹੁਣ ਇਹ ਹਲਕਾ ਓਕਵਿਲ ਈਸਟ ਅਤੇ ਓਕਵਿਲ ਵੈਸਟ ਬਣ ਚੁੱਕਿਆ ਹੈ। ਅਨੀਤਾ ਆਨੰਦ ਨੂੰ ਕੈਨੇਡਾ ਦੇ ਹਿੰਦੂ ਭਾਈਚਾਰੇ ਵਿੱਚੋਂ ਪਹਿਲੀ ਮੰਤਰੀ ਬਣਨ ਦਾ ਮਾਣ ਹਾਸਲ ਹੈ। ਸਿਆਸਤ ਵਿੱਚ ਆਉਣ ਤੋਂ ਪਹਿਲਾਂ ਅਨੀਤਾ ਆਨੰਦ ਯੂਨੀਵਰਸਿਟੀ ਆਫ ਟੋਰਾਂਟੋ ਵਿੱਚ ਕਾਨੂੰਨ ਦੇ ਪ੍ਰੋਫੈਸਰ ਸਨ ਅਤੇ 2019 ਦੀ ਚੋਣ ਜਿੱਤਣ ਮਗਰੋਂ ਜਨਤਕ ਸੇਵਾਵਾਂ ਅਤੇ ਖਰੀਦ ਮਾਮਲਿਆਂ ਬਾਰੇ ਮਹਿਕਮਾ ਮਿਲਿਆ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਹੈਰਾਨ ਕਰਨ ਵਾਲਾ ਕਾਰਜਕਾਰੀ ਆਦੇਸ਼ ਜਾਰੀ ਕੀਤਾ ਹੈ। ਟਰੰਪ ਨੇ ਹੁਣ ਅੰਗਰੇਜ਼ੀ ਨੂੰ ਅਮਰੀਕਾ ਦੀ ਸਰਕਾਰੀ ਭਾਸ਼ਾ ਐਲਾਨ ਦਿੱਤਾ ਹੈ। ਟਰੰਪ ਨੇ ਇਸ ਸੰਬੰਧੀ ਦਸਤਾਵੇਜ਼ ਤੇ ਦਸਤਖਤ ਕਰ ਦਿੱਤੇ ਹਨ। ਟਰੰਪ ਨੇ ਕਿਹਾ ਹੈ ਕਿ ਇਸ ਨਾਲ ਦੁਨੀਆ ਭਰ ਦੇ ਪ੍ਰਵਾਸੀਆਂ ਵਾਲੇ ਦੇਸ਼ ਵਿੱਚ ਇਕਜੁੱਟਤਾ ਆਵੇਗੀ। ਵਾਈਟ ਹਾਊਸ ਨੇ ਟਰੰਪ ਦੇ ਕਾਰਜਕਾਰੀ ਆਦੇਸ਼ ਨੂੰ ਐਕਸ ਤੇ ਪੋਸਟ ਕੀਤਾ। ਇਸ ਵਿੱਚ ਕਿਹਾ ਗਿਆ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਅੰਗਰੇਜ਼ੀ ਨੂੰ ਦੇਸ਼ ਦੀ ਸਰਕਾਰੀ ਭਾਸ਼ਾ ਐਲਾਨਿਆ ਜਾਵੇ। ਵਾਈਟ ਹਾਊਸ ਨੇ ਲਿਖਿਆ ਹੈ ਕਿ ਇੱਕ ਰਾਸ਼ਟਰੀ ਪੱਧਰ ਤੇ ਨਿਰਧਾਰਤ ਭਾਸ਼ਾ ਇੱਕ ਏਕੀਕ੍ਰਿਤ ਅਤੇ ਸਦਭਾਵਨਾਪੂਰਨ ਸਮਾਜ ਦਾ ਧੁਰਾ ਹੈ। ਸੰਯੁਕਤ ਰਾਜ ਅਮਰੀਕਾ ਉਹਨਾਂ ਨਾਗਰਿਕਾਂ ਦੁਆਰਾ ਮਜ਼ਬੂਤ ਹੁੰਦਾ ਹੈ ਜੋ ਸਾਂਝੀ ਭਾਸ਼ਾ ਵਿੱਚ ਵਿਚਾਰਾਂ ਦਾ ਸੁਤੰਤਰ ਰੂਪ ਵਿੱਚ ਆਦਾਨ ਪ੍ਰਦਾਨ ਕਰ ਸਕਦੇ ਹਨ। ਹੁਕਮ ਵਿੱਚ ਕਿਹਾ ਗਿਆ ਹੈ ਕਿ ਏਜੰਸੀਆਂ ਨੂੰ ਅੰਗਰੇਜ਼ੀ ਤੋਂ ਇਲਾਵਾ ਕਿਸੇ ਵੀ ਹੋਰ ਭਾਸ਼ਾ ਵਿੱਚ ਸੇਵਾਵਾਂ ਪ੍ਰਦਾਨ ਕਰਨ ਦੀ ਆਜ਼ਾਦੀ ਦਿੱਤੀ ਗਈ ਹੈ। ਇਹ ਹੁਕਮ ਕਿਸੇ ਵੀ ਏਜੰਸੀ ਨੂੰ ਆਪਣੀ ਸੇਵਾ ਵਿੱਚ ਕੋਈ ਬਦਲਾਅ ਕਰਨ ਦਾ ਨਿਰਦੇਸ਼ ਨਹੀਂ ਦਿੰਦਾ। ਏਜੰਸੀ ਮੁਖੀਆਂ ਕੋਲ ਇਹ ਨਿਰਧਾਰਤ ਕਰਨ ਦਾ ਅਧਿਕਾਰ ਹੈ ਕਿ ਉਹਨਾਂ ਦੀਆਂ ਸੰਬੰਧਿਤ ਏਜੰਸੀਆਂ ਦੇ ਮਿਸ਼ਨਾਂ ਨੂੰ ਪੂਰਾ ਕਰਨ ਅਤੇ ਅਮਰੀਕੀ ਲੋਕਾਂ ਨੂੰ ਸਰਕਾਰੀ ਸੇਵਾਵਾਂ ਕੁਸ਼ਲਤਾ ਨਾਲ ਪ੍ਰਦਾਨ ਕਰਨ ਲਈ ਇੱਕ ਜ਼ਰੂਰੀ ਹੈ।
ਇਸ ਤੋਂ ਇਲਾਵਾ ਵਾਈਟ ਹਾਊਸ ਨੇ ਦੱਸਿਆ ਕਿ ਅਮਰੀਕਾ ਵਿੱਚ 350 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਸਾਡੇ ਗਣਰਾਜ ਦੀ ਸ਼ੁਰੂਆਤ ਤੋਂ ਹੀ ਅੰਗਰੇਜ਼ੀ ਰਾਸ਼ਟਰ ਦੀ ਭਾਸ਼ਾ ਰਹੀ ਹੈ। ਸਾਡੇ ਇਤਿਹਾਸਕ ਸ਼ਾਸਨ ਦਸਤਾਵੇਜ਼, ਆਜ਼ਾਦੀ ਦਾ ਐਲਾਨਨਾਮਾ ਅਤੇ ਸੰਵਿਧਾਨ ਵੀ ਅੰਗਰੇਜ਼ੀ ਵਿੱਚ ਲਿਖੇ ਗਏ ਹਨ। ਅਮਰੀਕੀ ਸਰਕਾਰ ਦੇ 2019 ਦੇ ਰਿਕਾਰਡ ਅਨੁਸਾਰ ਦੇਸ਼ ਵਿੱਚ 6.8 ਕਰੋੜ ਤੋਂ ਵੱਧ ਲੋਕ ਘਰ ਵਿੱਚ ਅੰਗਰੇਜ਼ੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਬੋਲਦੇ ਹਨ, ਜਦਕਿ 4 ਕਰੋੜ ਤੋਂ ਵੱਧ ਲੋਕ ਸਪੈਨਿਸ਼ ਬੋਲਦੇ ਹਨ। ਹਾਲਾਂਕਿ ਅੰਗਰੇਜ਼ੀ ਬਹੁਗਿਣਤੀ ਭਾਸ਼ਾ ਹੈ, ਇਸ ਲਈ ਇੱਥੇ ਅੰਗਰੇਜ਼ੀ ਦਾ ਪ੍ਰਭਾਵ ਵਧੇਰੇ ਮੰਨਿਆ ਜਾਂਦਾ ਹੈ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਜੀ ਪੰਜਾਬ ਮਿਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ-ਬਹੁਤ ਧੰਨਵਾਦ।